ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੇਰੀ ਸਰਣ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸਰਮ ਅਸਾੜੀ ਜੀਓ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਖੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਖੈ ਸੁਆਮੀ, ਮਾਨਸ ਕੀ ਗਤ ਏਹੀ। ਵਾਹਿਗੁਰੂ ਸਾਹਿਬ ਜੀ। ਡੱਡੈ ਡੰਭ ਕਰਹੁ ਕਿਆ ਪ੍ਰਾਣੀ, ਜੋ ਕਛ ਹੋਆ ਸੋ ਸਭ ਚਲਣਾ। ਤਿਸੈ ਸ੍ਰੇਵਹੁ ਤਾ ਸੁਖ ਪਾਵਹੁ, ਸਰਬ ਨਿਰੰਤਰ ਰਵ ਰਹਿਆ। ਡੱਡੈ ਡੰਭ ਕਰਹੁ ਕਿਆ ਪ੍ਰਾਣੀ, ਜੋ ਕਛ ਹੋਆ ਸੋ ਸਭ ਚਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਛਤਰ ਚਵਰ ਤਖਤ ਕੇ ਮਾਲਕ। ਹਾਜ਼ਰਾ ਹਜੂਰ ਜਾਹਰਾ ਜਹੂਰ, ਪਤਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਆਪ ਸੰਗਤਾਂ ਅੰਮ੍ਰਿਤ ਵੇਲੇ ਦੀਆਂ ਗੁਰੂ ਦੀਦਾਰਿਆਂ ਦੇ ਵਾਸਤੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਇਲਾਹੀ ਦੀਦਾਰੇ ਬਖਸ਼ੇ, ਪਵਿੱਤਰ ਅੰਮ੍ਰਿਤਮਈ ਬਾਣੀਆਂ ਦੇ ਪਾਠ ਹੋਏ। ਸੋ ਆਓ ਸਾਧ ਸੰਗਤ ਜੀ, ਕੁਝ ਘੜੀਆਂ ਨੂੰ, ਸਵਾਸਾਂ ਨੂੰ, ਸਮੇਂ ਨੂੰ ਸਫਲ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਹਰ ਰੋਜ਼ ਜੋ ਇਸ ਅਸਥਾਨ 'ਤੇ ਲੜੀਵਾਰ ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਉਸੇ ਲੜੀ ਦੇ ਤਹਿਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ, ਪੱਟੀ ਲਿਖੀ ਨਾਮ ਦੀ ਬਾਣੀ, ਇਸ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦੀ ਰਹਿਮਤ ਦਾ ਸਦਕਾ ਪਿੱਛੇ 15 ਪੌੜੀਆਂ ਦੀ ਵਿਚਾਰ ਹੋਈ ਹੈ। ਸੋ ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਸਮੂਹ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ, ਰਸਨਾ ਨੂੰ ਪਵਿੱਤਰ ਕਰੀਏ। ਸਮੂਹ ਸੰਗਤਾਂ ਨੇ ਕਿਰਪਾ ਕਰਨੀ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ। ਡੱਡੈ ਡੰਫ ਕਰਹੁ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚਲਣਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਡੱਡੇ ਅੱਖਰ ਦੇ ਦੁਆਰਾ ਸਾਧ ਸੰਗਤ ਦੀ ਬਖਸ਼ਿਸ਼ ਕਰਦੇ ਹਨ। 16ਵੀਂ ਪੌੜੀ ਦੇ ਵਿੱਚ ਡੱਡੈ ਡੰਫ ਕਰਹੁ ਕਿਆ ਪ੍ਰਾਣੀ। ਡੰਫ ਦਾ ਭਾਵ ਹੁੰਦਾ ਹੈ ਪਖੰਡ ਕਰਨਾ। ਹੇ ਪ੍ਰਾਣਾਧਾਰੀ ਜੀਵ, ਇੰਨਾ ਤਗੜਾ ਤੂੰ ਪਖੰਡ ਕਿਉਂ ਕਰ ਰਿਹਾ ਏ? ਜੋ ਕਿਛ ਹੋਆ ਸੋ ਸਭ ਚੱਲਣਾ। ਜੋ ਕੁਝ ਵੀ ਪੈਦਾ ਹੋਇਆ ਏ, ਜੋ ਕੁਝ ਵੀ ਉਤਪੰਨ ਹੋਇਆ ਏ, ਪੈਦਾ ਹੋਇਆ ਏ, ਸਤਿਗੁਰੂ ਕਹਿੰਦੇ ਹਨ ਸੋ ਸਭ ਚੱਲਣਾ। ਸਾਰਾ ਕੁਝ ਹੀ ਇਹ ਚਲਾਏਮਾਨ ਹੈ, ਸਾਰਾ ਕੁਝ ਹੀ ਇਹ ਨਾਸਵੰਤ ਹੈ। ਕੋਈ ਵੀ ਚੀਜ਼ ਜਿਹੜੀ ਹੈ ਇੱਥੇ ਥਿਰ ਰਹਿਣ ਵਾਲੀ ਨਹੀਂ। ਦ੍ਰਿਸ਼ਟਮਾਨ ਹੈ ਸਗਲ ਮਿਥਿਨਾ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਬਾਰ-ਬਾਰ ਸਾਧ ਸੰਗਤ ਜੀ ਇਸ ਸੰਸਾਰ ਨੂੰ ਮਿਥਿਆ, ਨਾਸਵੰਤ, ਚਲਾਏਮਾਨ ਦੱਸਿਆ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਇੱਥੇ ਥੇਰ ਟਿਕ ਕਰਕੇ ਰਹਿਣ ਵਾਲੀ ਨਹੀਂ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗ ਗਈ, ਜਿਉਂ ਕਾਗਦ ਬੂੰਦਾਰ। ਜਿਵੇਂ ਕਾਗਜ਼ ਦੇ ਉੱਪਰ ਬੂੰਦ ਪੈਂਦੀ ਹੈ ਪਾਣੀ ਦੀ, ਉਹ ਨਾਸ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਕਾਲ ਦੀ ਬੂੰਦ ਪੈਣ ਦੇ ਨਾਲ ਇਹ ਸੰਸਾਰ ਜਿਹੜਾ ਹੈ ਗਲ ਜਾਣ ਵਾਲਾ ਹੈ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗ ਗਈ, ਜਿਉਂ ਕਾਗਦ ਬੂੰਦਾਰ। ਸੁਨ ਮੇਰੀ ਮਨਸਾ ਮਨੈ ਮਾਹੇ, ਸਤ ਦੇਖ ਵਿਚਾਰ, ਸਿੱਧ ਸਾਧਕ ਗ੍ਰਹਿ ਜੋਗੀ, ਤਜ ਗਏ ਘਰ ਬਾਰ ਰਹਾਓ। ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨਸ ਬਿਨਸੀਐ, ਕਿਆ ਲਗ ਹੈ ਗਵਾਰ। ਗੁਰੂ ਸਾਹਿਬਾਂ ਨੇ ਰਾਤ ਦੇ ਸੁਪਨੇ ਦੇ ਨਾਲ ਸੰਸਾਰ ਦੀ ਤੁਲਨਾ ਕੀਤੀ। ਜੈਸਾ ਸੁਪਨਾ ਰੈਨ ਕਾ, ਰਾਤ ਦਾ। ਸਤਿਗੁਰੂ ਕਹਿੰਦੇ ਹਨ ਤੈਸਾ ਸੰਸਾਰ। ਦ੍ਰਿਸ਼ਟ ਮਾਨਸ ਬਿਨਸੀਐ, ਕਿਆ ਲਗ ਹੈ ਗਵਾਰ। ਕਹਾਂ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਕਿੱਥੇ ਤੇਰੇ ਉਹ ਭਰਾ, ਉਹ ਮਿੱਤਰ ਸੱਜਣ ਹਨ। ਦੇਖ ਨੈਣ ਪਸਾਰ, ਨੈਣ ਪਸਾਰ ਕੇ ਨੇਤਰ ਖੋਲ੍ਹ ਕੇ ਸਤਿਗੁਰੂ ਕਹਿੰਦੇ ਵੇਖ ਤਾਂ ਸਹੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਕਿੱਥੈ ਤੈਂਡੇ ਮਾਪਿਆਂ, ਜਿਨੀ ਤੂੰ ਜਣਿਓਹੇ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੈ ਨਾ ਪਤੀ ਨੋਹੇ। ਕਹਾਂ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ, ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ। ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਦਿਨ ਰਵ ਚੱਲੈ। ਕੱਲਾ ਸਾਧ ਸੰਗਤ ਜੀ ਇਹ ਕੁਝ ਹੀ ਨਹੀਂ ਕਿ ਚਾਰ ਖਾਣੀਆਂ ਹਨ, ਚਾਰ ਖਾਣੀਆਂ ਦੇ ਰਾਹੀਂ ਉਤਪਤੀ ਹੋਈ ਹੈ, ਜਿਨ੍ਹਾਂ ਦੇ ਵਿੱਚ ਪਸ਼ੂ, ਪੰਛੀ, ਮਨੁੱਖ, ਬਨਸਪਤੀ, ਇਹ ਸਾਰਾ ਕੁਝ ਆਉਂਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਦਿਨ ਰਵ ਚੱਲੈ, ਨਿਸ ਸਸ ਚੱਲੈ, ਤਾਰਕਾ ਲੱਖ ਪਲੋਏ। ਇਹ ਦਿਨ ਵੀ, ਇਹ ਰਾਤ ਵੀ, ਇਹ ਸਾਰਾ ਕੁਝ ਹੀ ਚਲਾਏਮਾਨ ਹੈ। ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ। ਮੁਕਾਮ ਸਦਾ ਰਹਿਣ ਵਾਲਾ, ਟਿਕਣ ਵਾਲਾ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਡੱਡੈ ਡੰਫ ਕਰਹੁ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ। ਜੋ ਕੁਝ ਵੀ ਪੈਦਾ ਹੋਇਆ ਇਹ ਸਾਰਾ ਕੁਝ ਚੱਲਣ ਵਾਲਾ ਹੈ, ਚਲਾਏਮਾਨ ਹੈ, ਨਾਸਵੰਤ ਹੈ। ਤਿਸੈ ਸਰੇਵਹੁ ਤਾ ਸੁਖ ਪਾਵਹੁ, ਸਰਬ ਨਿਰੰਤਰ ਰਵ ਰਹਿਆ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਤਿਸੈ ਸਰੇਵਹੁ ਤਾ ਸੁਖ ਪਾਵਹੁ, ਸਰਬ ਨਿਰੰਤਰ ਰਵ ਰਹਿਆ। ਜਿਹੜਾ ਸਾਰਿਆਂ ਦੇ ਵਿੱਚ ਨਿਰੰਤਰ ਇੱਕ ਰਸ ਰਵਿਆ ਹੋਇਆ ਹੈ, ਸਮਾਇਆ ਹੋਇਆ ਹੈ। ਜੇ ਤੂੰ ਉਸ ਨੂੰ ਸਰੇਵੇਂ, ਜੇ ਤੂੰ ਉਸ ਨੂੰ ਸਿਮਰੇ, ਜੇ ਤੂੰ ਉਸ ਨੂੰ ਯਾਦ ਕਰੇ, ਤੇ ਸਤਿਗੁਰੂ ਕਹਿੰਦੇ ਹਨ ਸਦੀਵੀ ਸੁਖ ਪਾ ਸਕਦਾ ਹੈ। ਆਤਮਕ ਸੁਖ ਦੀ ਦਾਤ, ਸਦੀਵੀ ਸੁਖ ਦੀ ਦਾਤ ਇਹ ਜੀਵ ਤੈਨੂੰ ਪ੍ਰਾਪਤ ਹੋਵੇਗੀ। ਜਿਹੜਾ ਵਾਹਿਗੁਰੂ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਇੱਕ ਨਿਰੰਤਰ ਇੱਕ ਰਸ ਮਿਲਿਆ ਹੋਇਆ ਹੈ, ਐਸੇ ਪਰਮਾਤਮਾ ਨੂੰ ਜੇ ਤੂੰ ਸਿਮਰੇ। ਢੱਡੈ ਢਾਹੇ ਉਸਾਰੈ ਆਪੇ, ਜੋ ਤਿਸ ਭਾਵੈ ਤਿਵੈ ਕਰੇ। ਸਤਿਗੁਰੂ ਜੀ ਅਗਲੀ ਪੌੜੀ ਵਿੱਚ ਢੱਡੇ ਅੱਖਰ ਦੇ ਦੁਆਰਾ ਬਖਸ਼ਿਸ਼ ਕਰਦੇ ਹਨ।
ਢੱਡੈ ਢਾਹੇ ਉਸਾਰੈ। ਆਪੇ ਆਪ ਹੀ ਉਹ ਵਾਹਿਗੁਰੂ ਢਾਉਣ ਵਾਲਾ ਤੇ ਆਪ ਹੀ ਉਹ ਪਰਮਾਤਮਾ ਉਸਾਰਨ ਵਾਲਾ ਹੈ। ਢਾਉਣ ਵਾਲਾ ਵੀ ਤੇ ਬਣਾਉਣ ਵਾਲਾ ਵੀ ਉਹ ਆਪ ਹੈ। ਜਿਉਂ ਤਿਸ ਭਾਵੈ ਤੇ ਮੈਂ ਕਰੇ, ਜਿਵੇਂ ਉਹਨੂੰ ਭਾਉਂਦਾ ਹੈ ਉਸੇ ਪ੍ਰਕਾਰ ਉਹ ਕਰਦਾ ਹੈ। ਆਪ ਹੀ ਸੰਸਾਰ ਨੂੰ ਢਾ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਆਪ ਹੀ ਫਿਰ ਉਸਾਰ ਲੈਂਦਾ ਹੈ, ਫਿਰ ਪੈਦਾ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਹਨ ਜਿਵੇਂ ਉਹਨੂੰ ਭਾਉਂਦਾ ਹੈ ਉਸੇ ਪ੍ਰਕਾਰ ਉਹ ਕਰਦਾ ਹੈ। ਕਿਸੇ ਦੇ ਕੋਲੋਂ ਉਹ ਸਲਾਹ ਨਹੀਂ ਲੈਂਦਾ, ਕਿਸੇ ਦੇ ਨਾਲ ਉਹ ਮਸ਼ਵਰਾ ਨਹੀਂ ਕਰਦਾ। ਇਹ ਨਹੀਂ ਕਿ ਮੈਂ ਕੁਝ ਕਰਨਾ ਹੈ ਹੁਣ ਕਿਸੇ ਦੇ ਕੋਲੋਂ ਸਲਾਹ ਲੈ ਲਵਾਂ। ਬੰਦੇ ਨੇ ਕੋਈ ਛੋਟਾ ਜਿਹਾ ਕਾਰਜ ਕਰਨਾ ਹੋਵੇ, 4 ਬੰਦਿਆਂ ਦੇ ਕੋਲੋਂ ਬੰਦਾ ਜਿਹੜਾ ਸਲਾਹ ਲੈਂਦਾ ਹੈ। ਫਲਾਣੇ ਦੇ ਕੋਲੋਂ ਵੀ ਮੈਂ ਪੁੱਛ ਲਵਾਂ, ਕੋਠੀ ਪਾਉਣੀ ਹੈ 2-4 ਦੇ ਕੋਲੋਂ ਪੁੱਛਦਾ ਹੈ, ਰਿਸ਼ਤੇਦਾਰਾਂ ਦੇ ਕੋਲੋਂ ਪੁੱਛਦਾ ਹੈ, ਸੱਜਣਾ ਮਿੱਤਰਾਂ ਦੇ ਕੋਲੋਂ ਪੁੱਛਦਾ ਹੈ। ਕੋਈ ਵੀ ਨਵਾਂ ਕਾਰਜ ਕਰਨਾ ਹੋਵੇ ਬੰਦੇ ਦਾ ਸੁਭਾਅ ਹੈ ਇਹ ਕਹਿੰਦਾ ਮੈਂ ਸਲਾਹ ਲੈ ਲਵਾਂ। ਪਰ ਸਤਿਗੁਰੂ ਕਹਿੰਦੇ ਹਨ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਢੱਡੈ ਢਾਹੇ ਉਸਾਰੈ। ਆਪੇ ਆਪ ਹੀ ਉਹ ਸੰਸਾਰ ਨੂੰ ਢਾ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਆਪ ਹੀ ਫਿਰ ਉਸਾਰਦਾ ਹੈ, ਫਿਰ ਪੈਦਾ ਕਰਦਾ ਹੈ। ਜਿਉਂ ਤਿਸ ਭਾਵੈ ਤੇ ਮੈਂ ਕਰੇ, ਜਿਵੇਂ ਉਹਨੂੰ ਭਾਉਂਦਾ ਹੈ ਉਸੇ ਪ੍ਰਕਾਰ ਉਹ ਕਰਦਾ ਹੈ। ਜਿਵੇਂ ਸਾਨੂੰ ਭਾਉਂਦਾ ਹੈ ਇਸ ਤਰ੍ਹਾਂ ਨਹੀਂ ਉਹ ਕਰਦਾ, ਜਿਵੇਂ ਉਹਨੂੰ ਭਾਉਂਦਾ ਹੈ ਉਸੇ ਪ੍ਰਕਾਰ ਕਰਦਾ ਹੈ। ਤੇ ਫਿਰ ਕਿਸੇ ਦੇ ਨਾਲ ਸਲਾਹ ਜਾਂ ਮਸ਼ਵਰਾ ਨਹੀਂ। ਸਤਿਗੁਰੂ ਜੀ ਜ਼ਿਕਰ ਕਰਦੇ ਹਨ ਬੀਓ ਪੂਛ ਨਾ ਮਸਲਤ ਧਰੈ, ਜੋ ਕਿਛੁ ਕਰੈ ਸੋ ਆਪਹਿ ਕਰੈ। ਬੀਓ ਦਾ ਭਾਵ ਹੈ ਕਿਸੇ ਦੂਜੇ ਨੂੰ ਪੁੱਛ ਕਰਕੇ। ਬੀਓ ਪੂਛ ਨਾ ਮਸਲਤ ਧਰੈ, ਕਿਸੇ ਦੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ, ਕੋਈ ਉਹਦਾ ਅਮੀਰ ਵਜ਼ੀਰ ਨਹੀਂ, ਆਪਣੇ ਆਪ ਹੀ ਹੈ ਉਹ ਸਾਰਾ ਕੁਝ। ਤੇ ਫਿਰ ਸਾਧ ਸੰਗਤ ਜੀ ਕਰਦਾ ਕੀ ਹੈ? ਗੁਰੂ ਸਾਹਿਬਾਂ ਨੇ ਪਾਵਨ ਬਾਣੀ ਦੇ ਵਿੱਚ ਉਸ ਵਾਹਿਗੁਰੂ ਦੇ ਕੌਤਕਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਉਹ ਪਰਮਾਤਮਾ ਕਿੱਡੇ ਮਹਾਨ ਕੌਤਕ ਕਰਨ ਦੇ ਸਮਰੱਥ ਹੈ। ਮਾਝ ਕੀ ਵਾਰ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ। ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਂ ਨੇ ਅਜੀਬ ਕੌਤਕਾਂ ਦੀ ਗੱਲ ਕੀਤੀ ਹੈ ਕਿ ਉਹ ਪਰਮਾਤਮਾ ਹੈਰਾਨ ਕਰ ਦੇਣ ਵਾਲੇ ਕੌਤਕ ਕਰਨ ਦੇ ਸਮਰੱਥ ਹੈ। ਸ਼ਬਦ ਆਪਾਂ ਕਈ ਵਾਰੀ ਇਹ ਪੜ੍ਹਦੇ ਹਾਂ, ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ, ਘਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ। ਜੇਤੇ ਜੀ ਜੀਵਹਿ ਲੈ ਸਾਹਾ ਜੀਵਾਲੇ ਤਾਕੇ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਜਿਵੇਂ ਉਹਨੂੰ ਪਾਉਂਦਾ ਹੈ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਾਹ। ਸਿੰਘਾਂ ਬਾਜਾਂ ਚਰਗਾਂ ਕੁਹੀਆਂ ਇਹ ਉਹਨਾਂ ਪਸ਼ੂਆਂ ਦੇ ਨਾਮ ਹਨ ਜਿਹੜੇ ਮਾਸ ਖਾਂਦੇ ਹੈ। ਸੀਂਹ ਹੋ ਗਿਆ ਸ਼ੇਰ ਆਦਿ, ਬਾਜ ਮਾਸ ਖਾਂਦਾ ਹੈ। ਚਰਗਾਂ ਤੇ ਕੁਹੀਆਂ ਇਹ ਵੀ ਉਹਨਾਂ ਪਸ਼ੂ ਪੰਛੀਆਂ ਦੇ ਨਾਮ ਹਨ ਜਿਹੜੇ ਕੇਵਲ ਮਾਸ ਖਾਂਦੇ ਹੈ। ਸਤਿਗੁਰੂ ਕਹਿੰਦੇ ਹਨ ਜੇ ਉਹ ਵਾਹਿਗੁਰੂ ਚਾਹਵੇ ਸਿੰਘਾਂ ਬਾਜਾਂ ਚਰਗਾਂ ਕੁਹੀਆਂ ਤਿੰਨਾਂ ਖਵਾਲੇ ਘਾਹ, ਉਹਨਾਂ ਨੂੰ ਘਾਹ ਖਾਣ ਤੇ ਉਹ ਮਜਬੂਰ ਕਰ ਦਿੰਦਾ ਹੈ। ਘਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਜਿਹੜੇ ਘਾਹ ਖਾਂਦੇ ਹੈ, ਮੱਝ ਹੈ, ਬੱਕਰੀ ਹੈ, ਗਾਂ ਹੈ ਆਦਿਕ, ਉਹਨਾਂ ਨੂੰ ਮਾਸ ਖਾਣ ਤੇ ਉਹ ਮਜਬੂਰ ਕਰ ਦਿੰਦਾ ਹੈ। ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਜਿੱਥੇ ਨਦੀਆਂ ਹੈ ਉੱਥੇ ਉੱਚੇ ਉੱਚੇ ਟਿੱਬੇ ਬਣਾ ਦਿੰਦਾ ਹੈ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਜਿਹੜੀ ਥਲ ਦਾ ਭਾਵ ਹੈ ਸਮਤਲ ਭੂਮੀ ਬਰਾਬਰ, ਅਸਗਾਹ ਦਾ ਭਾਵ ਹੈ ਸਮੁੰਦਰ। ਉਹ ਵਾਹਿਗੁਰੂ ਚਾਹਵੇ ਤੇ ਜਿੱਥੇ ਬਰਾਬਰ ਭੂਮੀ ਹੈ ਇੱਕ ਖਿਣ ਮਾਤਰ ਦੇ ਵਿੱਚ ਉੱਥੇ ਦਰਿਆ ਬਣਾ ਦਿੰਦਾ ਹੈ। ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ। ਇੱਕ ਕੀੜੇ ਨੂੰ, ਕੀੜਾ ਦਾ ਭਾਵ ਜਿਸ ਨੂੰ ਕੋਈ ਵੀ ਨਾ ਜਾਣਦਾ ਹੋਵੇ, ਗਲੀ ਮੁਹੱਲੇ ਦੇ ਵਿੱਚ ਵੀ ਬੰਦੇ ਨੂੰ ਕੋਈ ਨਾ ਜਾਣਦਾ ਹੋਵੇ, ਐਸੇ ਬੰਦੇ ਨੂੰ ਉਹ ਪਰਮਾਤਮਾ ਕੀੜਾ ਥਾਪ ਦੇ ਪਾਤਸ਼ਾਹੀ ਖਿਣ ਮਾਤਰ ਵਿੱਚ ਉਹਨੂੰ ਪਾਤਸ਼ਾਹੀਆਂ ਬਖਸ਼ਣ ਵਾਲਾ ਹੈ। ਲਸਕਰ ਕਰੇ ਸੁਆਹ। ਲਸਕਰ ਫੌਜਾਂ, ਕੋਈ ਤਗੜਾ ਬਾਦਸ਼ਾਹ ਹੋਵੇ ਜਿਸ ਨੂੰ ਆਪਣੀਆਂ ਫੌਜਾਂ ਤੇ ਬੜਾ ਮਾਣ ਹੋਵੇ, ਪਰਮਾਤਮਾ ਚਾਹਵੇ ਤੇ ਉਹਨੂੰ ਖਿਣ ਮਾਤਰ ਦੇ ਵਿੱਚ ਸੁਆਹ ਬਣਾ ਦਿੰਦਾ। ਲਸਕਰ ਕਰੇ ਸੁਆਹ। ਤੇ ਅਗਲੀ ਪੰਕਤੀ ਬੜੀ ਹੈਰਾਨ ਕਰ ਦੇਣ ਵਾਲੀ। ਸਤਿਗੁਰੂ ਕਹਿੰਦੇ ਹਨ ਜੇਤੇ ਜੀ ਜੀਵੈ ਹੈ ਲੈ ਸਾਹ। ਜਿੰਨੇ ਵੀ ਜੀ ਹੈ ਇਹ ਸਾਰੇ ਸਵਾਸ ਲੈ ਕੇ ਜਿਉਂਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਥੋਂ ਤੀਕਰ ਕਿ ਬਨਸਪਤੀ ਜਿਹੜੀ ਹੈ ਇਹ ਸਾਧ ਸੰਗਤ ਜੀ ਇਹ ਵੀ ਸਵਾਸ ਲੈਂਦੀ ਹੈ। ਵਿਗਿਆਨ ਨੇ ਵੀ ਇਸ ਗੱਲ ਨੂੰ ਸਿੱਧ ਕੀਤਾ। ਜਗਦੀਸ਼ ਚੰਦਰ ਬਸੂ ਨਾਮ ਦਾ ਵਿਗਿਆਨਕ ਜਿਸ ਨੇ ਇਹ ਸਿੱਧ ਕੀਤਾ ਕਿ
ਬਨਸਪਤੀ ਜਿਹੜੀ ਹੈ, ਪੇੜ ਪੌਦੇ ਜਿਹੜੇ ਆ, ਇਹ ਵੀ ਸਵਾਸ ਲੈਂਦੇ ਆ। ਜੇਤੇ ਜੀ ਜੀਵੈ ਹੈ ਲੈ ਸਾਹਾ, ਤੇ ਸਤਿਗੁਰੂ ਕਹਿੰਦੇ ਹਨ ਠੀਕ ਹੈ ਸਵਾਸ ਲੈ ਕਰਕੇ ਜਿਉਂਦੇ ਹਨ, ਪਰ ਜੇ ਰੱਬ ਚਾਵੇ, ਪਰਮਾਤਮਾ ਚਾਵੇ, ਜੀਵਾਲੇ ਤਾਂ ਕਿ ਅਸਾਹ, ਅਸਾਹ ਦਾ ਭਾਵ ਸਵਾਸਾਂ ਤੋਂ ਬਗੈਰ, ਜੇ ਉਹ ਚਾਵੇ ਤੇ ਸਵਾਸਾਂ ਤੋਂ ਬਗੈਰ ਵੀ ਜਵਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਪੰਕਤੀਆਂ ਆਪਾਂ ਪੜ੍ਹਦੇ ਹਾਂ, ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਜੇ ਉਹ ਚਾਵੇ ਤੇ ਸਵਾਸਾਂ ਤੋਂ ਬਗੈਰ ਰੱਖ ਸਕਦਾ ਹੈ। ਜੀ ਵਾਲੇ ਤਾਂ ਕਿ ਅਸਾਹ, ਨਾਨਕ ਜਿਉਂ ਜੇ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਾਹ। ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਉਹ ਵਾਹਿਗੁਰੂ ਜਿਵ ਤਿਸ ਜਿਉਂ ਤਿਸ ਭਾਵੈ ਤਿਵੇਂ ਕਰੇ, ਜਿਵੇਂ ਉਹਨੂੰ ਭਾਉਂਦਾ ਹੈ ਉਸ ਪ੍ਰਕਾਰ ਉਹ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਿਕਰ ਕਰਦੇ ਹਨ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਣੇ। ਵੱਡੇ ਵੱਡੇ ਸਿਆਣੇ ਸਿਆਣੇ ਜੋਗੀ ਜਤੀ ਤਪੀ ਪਚ ਕੇ ਹਾਰ ਗਏ ਕਿ ਕਿਵੇਂ ਉਹਦਾ ਪਤਾ ਚੱਲ ਸਕੇ ਕਿ ਉਹ ਕੀ ਕੀ ਕੌਤਕ ਕਰਦਾ ਹੈ, ਕਿਵੇਂ ਉਹਦਾ ਉਰਲਾ ਜਾਂ ਪਾਰਲਾ ਕੰਢਾ ਲੱਭਿਆ ਜਾ ਸਕੇ। ਪਰ ਸਤਿਗੁਰੂ ਕਹਿੰਦੇ ਹਨ ਸਾਰੇ ਹਾਰ ਗਏ। ਉਹਦੀ ਗਤ ਮਿਤ ਮਰਿਆਦਾ ਨੂੰ ਕੋਈ ਜਾਣ ਹੀ ਨਹੀਂ ਸਕਿਆ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਕ ਸਿਆਣੇ। ਛਿਨ ਮਹਿ ਰਾਓ ਰੰਕ ਕਉ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਯਹ ਤਾਕੋ ਵਿਵਹਾਰੇ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਭਗਤ ਕਬੀਰ ਸਾਹਿਬ ਜੀ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਹੈ ਪਰਮਾਤਮਾ ਹੈ ਵਾਹਿਗੁਰੂ। ਰਾਜ ਆਸ਼ਰਮ ਵਾਲੇ, ਉੱਚੇ ਆਸ਼ਰਮ ਵਾਲੇ ਪਰਮਾਤਮਾ, ਉੱਚੇ ਮਹੱਲਾਂ ਵਾਲੇ ਵਾਹਿਗੁਰੂ, ਤੇਰੀ ਮਿਤ ਮਰਿਆਦਾ ਨੂੰ ਕਿਸੇ ਨਹੀਂ ਜਾਣਿਆ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ ਰਹਾਓ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਕਈ ਵਾਰੀ ਸਾਧ ਸੰਗਤ ਜੀ ਬੰਦਾ ਘਰੋਂ ਹੱਸਦਾ ਤੁਰਦਾ ਹੈ, ਤੇ ਪਰ ਸਤਿਗੁਰੂ ਕਹਿੰਦੇ ਹਨ ਐਸਾ ਭਾਣਾ ਵਰਤਦਾ ਹੈ ਵਿਚਾਰਾ ਰੋਂਦਾ ਹੀ ਘਰੇ ਵਾਪਸ ਆਉਂਦਾ ਹੈ। ਤੇ ਕਈ ਵਾਰੀ ਘਰੋਂ ਰੋਂਦਾ ਰੋਂਦਾ ਜਾਂਦਾ ਹੈ ਤੇ ਗੁਰੂ ਦੀ ਐਸੀ ਬਖਸ਼ਿਸ਼ ਹੁੰਦੀ ਹੈ, ਹੱਸਦਾ ਹੱਸਦਾ ਘਰੇ ਵਾਪਸ ਆਉਂਦਾ ਹੈ। ਰੋਵਤ ਜਾਏ ਸੋ ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ, ਕੂਆਂ ਕੂਪ ਤੇ ਮਿਹਰ ਕਰਾਵੈ, ਭੇਖਾਰੀ ਤੇ ਰਾਜ ਕਰਾਵੈ। ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਪਰਮਾਤਮਾ ਇੱਕ ਵਸਦੇ ਹੋਏ ਬੰਦੇ ਨੂੰ ਉਜਾੜ ਦਿੰਦਾ ਹੈ ਤੇ ਉਜੜਿਆ ਹੋਇਆਂ ਨੂੰ ਖਿਨ ਮਾਤਰ ਦੇ ਵਿੱਚ ਉਹ ਵਸਾ ਦਿੰਦਾ ਹੈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ, ਕੂਆਂ ਕੂਪ ਤੇ ਮਿਹਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਸਤਿਗੁਰੂ ਕਹਿੰਦੇ ਹਨ ਉਹ ਪਰਮਾਤਮਾ ਕੀ ਕਰਨ ਦੇ ਸਮਰੱਥ ਨਹੀਂ ਹੈ। ਉਹ ਖਿਨ ਮਾਤਰ ਭਿਖਾਰੀ ਤੇ ਰਾਜ ਕਰਾਵੈ। ਰਾਜਾ ਤੇ ਭਿਖਾਰੀ, ਇੱਕ ਭਿਖਾਰੀ ਤੋਂ ਰਾਜਾ ਤੇ ਰਾਜੇ ਤੋਂ ਉਹ ਭਿਖਾਰੀ ਬਣਾਉਣ ਦੇ ਸਮਰੱਥ ਹੈ। ਐਸੇ ਕੌਤਕ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਕਰਦਾ। ਜਦੋਂ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੱਕੇ ਦੇ ਵਿੱਚ ਗਏ ਤੇ ਇੱਥੇ ਦਸਤਗੀਰ ਪੀਰ ਦੇ ਨਾਲ ਭੇਟ ਹੋਈ, ਮਿਲਾਪ ਹੋਇਆ। ਦਸਤਗੀਰ ਸਾਧ ਸੰਗਤ ਜੀ ਉਸ ਪੀਰ ਦਾ ਨਾਮ ਨਹੀਂ ਸੀ, ਜਿਹੜਾ ਵੀ ਉਸ ਗੱਦੀ ਤੇ ਬੈਠਦਾ ਸੀ ਉਹਨੂੰ ਦਸਤਗੀਰ ਪੀਰ ਕਿਹਾ ਜਾਂਦਾ ਸੀ। ਜਿਵੇਂ ਆਪਾਂ ਕੋਈ ਵੀ ਗੁਰਮੁਖ ਪਿਆਰਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਦਾ ਹੈ ਤੇ ਆਪਾਂ ਉਹਨੂੰ ਜਥੇਦਾਰ ਦੀ ਉਪਾਧੀ ਦਿੰਦੇ ਹਾਂ। ਉਹ ਭਾਵੇਂ ਕੋਈ ਵੀ ਸ਼ਖਸ ਹੋਵੇ, ਉਹਨੂੰ ਜਥੇਦਾਰ ਸ਼ਬਦ ਦੇ ਨਾਲ ਆਪਾਂ ਸੰਬੋਧਨ ਕਰਦੇ ਹਾਂ। ਇਸੇ ਤਰ੍ਹਾਂ ਉਸ ਗੱਦੀ ਤੇ ਜਿਹੜਾ ਬੈਠਦਾ ਸੀ ਉਹਨੂੰ ਦਸਤਗੀਰ ਪੀਰ ਕਿਹਾ ਜਾਂਦਾ ਸੀ। ਦਸਤਗੀਰ ਪੀਰ ਨੇ ਗੁਰੂ ਸਾਹਿਬਾਂ ਨੂੰ ਅਨੇਕ ਸਵਾਲ ਕੀਤੇ। ਗੁਰੂ ਸਾਹਿਬਾਂ ਨੇ ਉਹਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਉਹਨਾਂ ਸਵਾਲਾਂ ਦੇ ਵਿੱਚੋਂ ਇੱਕ ਇਹ ਵੀ ਸਵਾਲ ਸੀ ਕਿ ਹੇ ਸਤਿਗੁਰੂ, ਉਹ ਪਰਮਾਤਮਾ ਕਰਦਾ ਕੀ ਹੈ। ਪਹਿਲਾ ਸਵਾਲ ਤੇ ਇਹ ਸੀ ਕਿ ਉਹ ਪਰਮਾਤਮਾ ਹੈ ਕਿ ਨਹੀਂ ਹੈ। ਦੂਜਾ ਸਵਾਲ ਸੀ ਜੇ ਹੈ ਤੇ ਉਹ ਦਿਸਦਾ ਕਿਉਂ ਨਹੀਂ ਹੈ। ਗੁਰੂ ਸਾਹਿਬਾਂ ਨੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਕਿ ਪਰਮਾਤਮਾ ਹੈ। ਬਕਾਇਦਾ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਪੀਰ ਜੀ ਮੈਂ ਸੁਣਿਆ ਇਹ ਦੁੱਧ ਦੇ ਵਿੱਚ ਘਿਓ ਹੈ। ਕਹਿਣ ਲੱਗਾ ਸੁਣਿਆ ਕੀ ਹੈ, ਵਾਕਈ ਹੈ। ਸਤਿਗੁਰੂ ਕਹਿਣ ਲੱਗੇ ਜੇ ਇਹ ਗੱਲ ਮੰਨਦਾ ਹੈ ਫਿਰ ਰੱਬ ਵੀ ਹੈ, ਖੁਦਾ ਵੀ ਹੈ, ਖੁਦਾ ਵੀ ਹੈ। ਫਿਰ ਅਗਲਾ ਸਵਾਲ ਸੀ ਸਤਿਗੁਰੂ ਉਹ ਖੁਦਾ ਕਰਦਾ ਕੀ ਹੈ। ਸਤਿਗੁਰੂ ਕਹਿਣ ਲੱਗੇ ਪੀਰ ਜੀ ਮੈਂ ਖਲੋਤਾ ਵਾਂ ਤੇ ਤੁਸੀਂ ਸਿੰਘਾਸਣ ਦੇ ਉੱਪਰ ਬੈਠੇ ਹੋ, ਤੇ ਜੇ ਤੁਸੀਂ ਕਿਰਪਾ ਕਰਕੇ ਥੱਲੇ ਆ ਜਾਓ ਤੇ ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ਸਿੰਘਾਸਣ ਤੇ ਬਹਿ ਕੇ ਦਿਆਂਗਾ। ਹੁਣ ਪੀਰ ਇਸ ਰਮਜ ਨੂੰ ਸਮਝਦਾ ਨਹੀਂ ਸੀ। ਪੀਰ ਨੇ ਛਾਲ ਮਾਰੀ ਤੇ ਉਹ ਹੇਠਾਂ ਆ ਗਿਆ। ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਇੱਥੇ ਬਹਿ ਕੇ ਤੁਸੀਂ ਸਵਾਲ ਦਾ ਜਵਾਬ ਦੇਣਾ ਤਾਂ ਬਹਿ ਕੇ ਦੇ ਦਿਓ, ਇਹਦੇ ਵਿੱਚ ਤਾਂ ਕੋਈ ਗੱਲ ਨਹੀਂ।
ਸਤਿਗੁਰੂ ਸਿੰਘਾਸਣ ਤੇ ਬਹਿ ਗਏ, ਪੀਰ ਜਿਹੜਾ ਸੀ ਥੱਲੇ ਖਲੋ ਗਿਆ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਪੀਰ ਜੀ ਪਰਮਾਤਮਾ ਇਹੀਓ ਕੁਝ ਕਰਦਾ ਹੈ। ਪੀਰ ਹੈਰਾਨ ਹੋ ਗਿਆ, ਸਤਿਗੁਰੂ ਮੈਂ ਸਮਝਿਆ ਨਹੀਂ। ਸਤਿਗੁਰੂ ਕਹਿਣ ਲੱਗੇ, ਪੀਰ ਜੀ ਪਰਮਾਤਮਾ ਤੁਸੀਂ ਕਹਿ ਰਹੇ ਹੋ ਖੁਦਾ ਕਰਦਾ ਕੀ ਹੈ? ਖੁਦਾ ਇਹੀਓ ਕੁਝ ਕਰਦਾ ਹੈ। ਕਹਿਣ ਲੱਗਾ ਮੈਂ ਨਹੀਂ ਸਮਝਿਆ, ਦੱਸੋ। ਸਤਿਗੁਰੂ ਕਹਿਣ ਲੱਗੇ, ਤੇਰੇ ਵਰਗੇ ਜਿਹੜੇ ਸਿੰਘਾਸਣ ਤੇ ਬੈਠੇ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਲਾਹ ਦਿੰਦਾ ਹੈ ਤੇ ਮੇਰੇ ਵਰਗਿਆਂ ਨੂੰ ਖਲੋਤਿਆਂ ਹੋਇਆਂ ਨੂੰ ਬਿਠਾ ਦਿੰਦਾ ਹੈ। ਉਹ ਵਾਹਿਗੁਰੂ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ ਕਰਨ ਦੇ ਉਹ ਪਰਮਾਤਮਾ ਸਮਰੱਥ ਹੈ। ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਢੱਡਾ ਢਾਹ ਹੈ ਉਸਾਰੈ ਆਪੇ। ਉਹ ਵਾਹਿਗੁਰੂ ਆਪ ਹੀ ਇਸ ਸੰਸਾਰ ਨੂੰ ਢਾਉਣ ਵਾਲਾ ਹੈ ਤੇ ਆਪ ਹੀ ਉਸਾਰਨ ਵਾਲਾ ਹੈ। ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਮਾਰਨ ਵਾਲਾ ਹੈ। ਜਿਉਂ ਤਿਸ ਭਾਵੈ ਤਿਵੇਂ ਕਰੇ। ਸਤਿਗੁਰੂ ਕਹਿੰਦੇ ਹਨ, ਜਿਵੇਂ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਹੈ ਉਸੇ ਪ੍ਰਕਾਰ ਉਹ ਵਾਹਿਗੁਰੂ ਕਰਦਾ ਹੈ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਕਰ ਕਰ ਵੇਖੈ ਹੁਕਮ ਚਲਾਏ, ਕਰ ਕਰਕੇ ਵੇਖ ਰਿਹਾ ਹੈ, ਆਪਣਾ ਹੁਕਮ ਚਲਾ ਰਿਹਾ ਹੈ। ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਸਤਿਗੁਰੂ ਕਹਿੰਦੇ ਹਨ, ਨਿਸਤਾਰਾ ਉਸ ਦਾ ਕਰਦਾ ਹੈ ਜਿਹਦੇ ਉੱਪਰ ਉਹ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ। ਜਿਸ ਕਿਸੇ ਦੇ ਉੱਪਰ ਵੀ ਉਹ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦਾ ਹੈ ਉਹਦਾ ਖਿਨ ਮਾਤਰ ਦੇ ਵਿੱਚ ਨਿਸਤਾਰਾ ਕਰ ਦਿੰਦਾ ਹੈ। ਨਾਨਕ ਨਦਰੀ ਨਿਹਾਲ ਕਰ ਦਿੰਦਾ ਹੈ। ਤੇ ਸਾਧ ਸੰਗਤ ਜੀ, ਹੁਣ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਜ਼ਿਕਰ ਕੀਤਾ, ਇਹ ਨਹੀਂ ਪਤਾ ਕਿ ਉਹਦੀ ਨਿਗਾਹ ਕਿਹਦੇ ਉੱਪਰ ਹੋ ਜਾਣੀ ਹੈ, ਮਿਹਰ ਦੀ ਨਜ਼ਰ ਕਿਸ ਦੇ ਉੱਪਰ ਹੋ ਜਾਣੀ ਹੈ, ਇਸ ਗੱਲ ਦਾ ਕੋਈ ਪਤਾ ਨਹੀਂ। ਕੱਲਾ ਇਹ ਨਹੀਂ ਕਿ ਜਿਹੜਾ ਗੁਰਮਤਿ ਦੀਆਂ ਗੱਲਾਂ ਕਰਦਾ ਹੈ ਜਾਂ ਗੁਰਮਤਿ ਨੂੰ ਬਹੁਤ ਜ਼ਿਆਦਾ ਕਮਾਉਂਦਾ ਹੈ ਕਿ ਕੇਵਲ ਉਹਦੇ ਉੱਪਰ ਹੀ ਨਿਗਾਹ ਹੋਣੀ ਹੈ। ਇਹੀ ਤੇ ਪਰਮਾਤਮਾ ਦੀ ਬਖਸ਼ਿਸ਼ ਹੈ। ਇਹੀ ਤੇ ਉਸ ਵਾਹਿਗੁਰੂ ਦੇ ਵਿੱਚ ਇੱਕ ਅਨੋਖੀ ਵਡਿਆਈ ਹੈ ਕਿ ਉਹਦੀ ਨਿਗਾਹ ਪਤਾ ਨਹੀਂ ਕਿਹਦੇ ਉੱਪਰ ਹੋ ਜਾਣੀ ਹੈ। ਕਿਸੇ ਪਾਪੀ ਦੇ ਉੱਪਰ ਵੀ ਖਿਨ ਮਾਤਰ ਦੇ ਵਿੱਚ ਨਿਗਾਹ ਹੋ ਜਾਵੇ ਤੇ ਉਹਦੇ ਉੱਪਰ ਵੀ ਬਖਸ਼ਿਸ਼ ਹੋ ਸਕਦੀ ਹੈ। ਤੇ ਹੋ ਸਕਦਾ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਕਹੇ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ, ਮੇਰੇ ਵਰਗਾ ਪੁੰਨੀ ਕੋਈ ਨਹੀਂ, ਤੇ ਉਹ ਵੀ ਪਰਮਾਤਮਾ ਦੀ ਨਿਗਾਹ ਤੋਂ, ਉਹਦੀ ਨਜ਼ਰ ਤੋਂ ਵਾਂਝਾ ਰਹਿ ਜਾਵੇ। ਉਸ ਦੀ ਨਿਗਾਹ ਦਾ ਕੋਈ ਪਤਾ ਨਹੀਂ। ਗੁਰੂ ਇਤਿਹਾਸ ਨੂੰ ਜਦੋਂ ਆਪਾਂ ਸਾਧ ਸੰਗਤ ਜੀ ਵਾਚਦੇ ਹਾਂ ਤੇ ਐਸੇ ਐਸੇ ਸੱਜਣਾ ਦੇ ਨਾਮ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਉੱਪਰ ਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋਵੇਗੀ। ਐਸੇ ਐਸੇ ਕੋੜੀ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬਾਂ ਨੇ ਜਾ ਕਰਕੇ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਇਤਿਹਾਸ ਵਿੱਚ ਬੜੀ ਸੁੰਦਰ ਸਾਧ ਸੰਗਤ ਜੀ ਇੱਕ ਸਾਖੀ ਆਉਂਦੀ ਹੈ ਪ੍ਰੇਮੇ ਕੋੜੀ ਦੀ। ਪ੍ਰੇਮ ਚੰਦ ਸ਼ਾਹੂਕਾਰ ਦਾ ਇਹ ਪੁੱਤਰ ਸੀ ਤੇ ਪ੍ਰੇਮ ਚੰਦ ਇਹਦਾ ਨਾਮ ਸੀ। ਇਕਲੌਤਾ ਪੁੱਤਰ ਹੋਣ ਕਰਕੇ ਬਹੁਤਾ ਉਹਦੇ ਨਾਲ ਪ੍ਰੇਮ ਕਰਨਾ ਤੇ ਉਹਦਾ ਨਾਮ ਵੀ ਪ੍ਰੇਮ ਹੀ ਰੱਖ ਦਿੱਤਾ, ਪ੍ਰੇਮ ਚੰਦ। ਤੇ ਇਕਲੌਤਾ ਪੁੱਤਰ ਸੀ, ਲਾਡ ਪਿਆਰ ਬਹੁਤ ਕੀਤਾ। ਸਮਾਂ ਟਲਦਾ ਗਿਆ, ਜਵਾਨ ਹੋਇਆ, ਜਵਾਨੀ ਦੀ ਦਹਲੀਜ਼ ਦੇ ਉੱਪਰ ਪੈਰ ਰੱਖਿਆ ਤੇ ਨਾਲ ਹੀ ਨਸ਼ੇ ਲੱਗ ਗਏ। ਅੱਜ ਦੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਜਵਾਨੀ ਦੇ ਵਾਸਤੇ, ਜਿਵੇਂ ਸਾਡੇ ਨੌਜਵਾਨ ਜਿਹੜੇ ਆ ਖੁਦਕੁਸ਼ੀ ਆਦਿ ਕਰਦੇ ਆ, ਉਹਨਾਂ ਦੇ ਵਾਸਤੇ ਇਹ ਸਾਖੀ ਦੇ ਵਿੱਚ ਬਹੁਤ ਵੱਡੀ ਸਿੱਖਿਆ ਹੈ। ਮਨ ਵਿੱਚ ਜਦੋਂ ਨਸ਼ੇ ਕਰਨ ਲੱਗ ਪਿਆ ਤੇ ਸਾਥੀ ਮਿੱਤਰ ਜਿਹੜੇ ਸੀ ਬਹੁਤ ਹੋ ਗਏ, ਕਿਉਂਕਿ ਜਦੋਂ ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਾ ਹੈ ਗੰਢ, ਜਦੋਂ ਖਾਣ ਪੀਣ ਵਾਸਤੇ ਹੋਵੇ ਮਿੱਤਰ ਵੀ ਬਹੁਤ ਬਣ ਜਾਂਦੇ, ਬੜੇ ਸਾਥੀ ਲੱਭਦੇ ਆ। ਪਰ ਜਦੋਂ ਕਿਤੇ ਖਾਣ ਪੀਣ ਨੂੰ ਕੁਝ ਨਾ ਹੋਵੇ, ਘਰੋਂ ਪਦਾਰਥ ਮੁੱਕ ਜਾਣ ਤੇ ਮਿੱਤਰ ਸਾਥੀ ਵੀ ਕੋਈ ਨਹੀਂ ਰਹਿ ਜਾਂਦਾ। ਨਸ਼ਿਆਂ ਨੇ ਐਸਾ ਕੀਤਾ ਕਿ ਇਹਦੇ ਸਰੀਰ ਦੇ ਉੱਪਰ ਬਿਮਾਰੀ ਲੱਗ ਗਈ ਤੇ ਬਿਮਾਰੀ ਵੀ ਐਸੀ ਲੱਗ ਗਈ ਨਾ ਮੁਰਾਦ ਬਿਮਾਰੀ, ਜਿਸ ਦਾ ਕੋਈ ਇਲਾਜ ਨਹੀਂ, ਕੋੜ ਆਦਿਕ ਦੀ। ਘਰ ਵਾਲੀ ਪਤਨੀ ਨੇ ਵੀ ਇੱਥੋਂ ਤੀਕਰ ਕੇ ਇਹਨੂੰ ਕੌੜੇ ਬਚਨ ਕਹਿ ਦਿੱਤੇ ਕਿ ਤੂੰ ਕੀ ਮਰਦਾ ਹੈ, ਤੇਰੀ ਤੇ ਕੁੱਲੀ ਜਿਹੜੀ ਹੈ ਪਿੰਡੋਂ ਬਾਹਰ ਪਾ ਦੇਣੀ ਹੈ। ਮਨ ਵਿੱਚ ਖਿਆਲ ਆਇਆ, ਮਨਾ ਜਦੋਂ ਮੇਰੇ ਕੋਲ ਬਹੁਤ ਕੁਝ ਸੀ, ਪਿਤਾ ਦਾ ਦਿੱਤਾ ਹੋਇਆ ਬੜੇ ਪਦਾਰਥ ਸਨ, ਖੇਤੀਬਾੜੀ ਸੀ, ਬੜੇ ਮੇਰੇ ਸੱਜਣ ਮਿੱਤਰ ਸੀ, ਅੱਗੇ ਪਿੱਛੇ ਘੁੰਮਦੇ ਸੀ, ਅੱਜ ਕੁਝ ਨਹੀਂ ਕੋਲ ਰਹਿ ਗਿਆ। ਮਿੱਤਰ ਤੇ ਸਾਥ ਛੱਡ ਹੀ ਗਏ ਸੀ, ਅੱਜ ਤੇ ਘਰ ਵਾਲੀ ਨੇ ਵੀ ਕੌੜੇ ਬਚਨ ਕਹਿ ਦਿੱਤੇ। ਉਹਨੇ ਵੀ ਕਹਿ ਦਿੱਤਾ ਕਿ ਤੇਰੀ ਤੇ ਕੁੱਲੀ ਪਿੰਡੋਂ ਬਾਹਰ ਪਾ ਦੇਣੀ ਹੈ। ਐਸੇ ਜਿਉਣ ਦੇ ਨਾਲੋਂ ਤੇ ਮਰ ਜਾਣਾ ਚੰਗਾ ਹੈ। ਮਨ ਵਿੱਚ ਇਹ ਖਿਆਲ ਕਰਕੇ ਤੇ ਸਾਧ ਸੰਗਤ ਜੀ ਨਗਰ ਤੋਂ ਬਾਹਰ ਚਲਾ ਗਿਆ। ਸੋਚਿਆ ਕਿ ਕਿਉਂ ਨਾ ਮੈਂ ਖੂਹ ਦੇ ਵਿੱਚ ਛਾਲ ਮਾਰ ਕਰਕੇ ਮਰ ਜਾਵਾਂ। ਅੱਜ ਦਾ ਨੌਜਵਾਨ ਵੀ ਇਹੀ ਕੁਝ ਕਰਦਾ ਹੈ, ਪਹਿਲਾਂ ਨਸ਼ੇ ਲਾਉਂਦਾ ਹੈ, ਫਿਰ ਜਦੋਂ ਪੂਰਤੀ ਨਹੀਂ ਹੁੰਦੀ, ਦੁੱਖ ਤਕਲੀਫ ਆਉਂਦੇ, ਫਿਰ ਸੋਚਦਾ ਹੁਣ ਮੈਂ ਖੁਦਕੁਸ਼ੀ ਦੇ ਰਾਹ 'ਤੇ ਤੁਰ ਪਵਾਂ।
ਜਾ ਕਰਕੇ ਨਗਰ ਤੋਂ ਬਾਹਰ ਖੂਹ ਦੇ ਕਿਨਾਰੇ ਤੇ ਬਹਿ ਗਿਆ ਤੇ ਸੋਚਦਾ ਹੈ ਕਿ ਹੁਣ ਮੈਂ ਛਾਲ ਮਾਰਨੀ ਹੈ। ਛੇਤੀ ਕਿਤਿਆਂ ਹੌਸਲਾ ਵੀ ਨਹੀਂ ਪਿਆ। ਪਰਮਾਤਮਾ ਦੀ ਬਖਸ਼ਿਸ਼, ਗੁਰੂ ਦੀ ਰਹਿਮਤ, ਇੰਨੀ ਦੇਰ ਨੂੰ ਰਸਤਾ ਚੱਲਦਾ ਸੀ। ਇਸੇ ਹੀ ਰਸਤੇ ਤੋਂ ਗੋਇੰਦਵਾਲ ਸਾਹਿਬ ਨੂੰ ਜਾਣ ਵਾਸਤੇ ਸੰਗਤਾਂ ਆ ਗਈਆਂ। ਗੁਰੂ ਦੀਆਂ ਪਿਆਰੀਆਂ ਸੰਗਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਦੀਦਾਰਿਆਂ ਦੇ ਵਾਸਤੇ ਤੁਰੀਆਂ ਜਾ ਰਹੀਆਂ ਹੈ ਤੇ ਸ਼ਬਦ ਪੜ੍ਹ ਰਹੀਆਂ ਹੈ। ਸਾਹਿਬ ਨਿਮਾਣਿਆ ਕੇ ਮਾਣ, ਨਿਤਾਣਿਆ ਕਾ ਤਾਣ ਸਾਹਿਬ। ਇਹਦੇ ਵੀ ਕੰਨਾਂ ਦੇ ਵਿੱਚ ਆਵਾਜ਼ ਪਈ। ਉਹਨਾਂ ਸੰਗਤਾਂ ਨੇ ਖੂਹ ਦੇ ਉੱਪਰ ਆ ਕਰਕੇ, ਛਾਂ ਸੀ, ਖੂਹ ਸੀ, ਪਾਣੀ ਵੀ ਪੀਤਾ ਤੇ ਇਹਦੇ ਨਾਲ ਵੀ ਗੱਲਬਾਤ ਹੋਈ। ਇਸ ਨੇ ਆਪਣੀ ਜੋ ਸਾਰੀ ਗੱਲਬਾਤ, ਆਪਣੀ ਵਿਥਿਆ ਦੱਸੀ ਕਿ ਮੈਂ ਐਡਾ ਅਮੀਰ ਸੀ, ਇਹਨੇ ਮੇਰੇ ਕੋਲ ਧਨ ਪਦਾਰਥ ਸੀ, ਬੜੇ ਸਾਥੀ ਮਿੱਤਰ ਸੀ, ਅੱਜ ਮੇਰੀ ਇਹ ਹਾਲਤ ਹੋ ਗਈ। ਨਸ਼ਾ ਕਰਕੇ ਮੇਰੇ ਸਰੀਰ ਦੇ ਉੱਪਰ ਇਹ ਨਾਮੁਰਾਦ ਬਿਮਾਰੀ ਲੱਗ ਗਈ ਤੇ ਮੈਂ ਤੇ ਅੱਜ ਮਰਨ ਵਾਸਤੇ ਤਿਆਰ ਹਾਂ। ਸੰਗਤਾਂ ਨੇ ਦਿਲਾਸਾ ਦਿੱਤਾ ਕਿ ਸੱਜਣਾ, ਮਰਨ ਦੀ ਲੋੜ ਨਹੀਂ, ਤੂੰ ਸਾਡੇ ਨਾਲ ਚੱਲ। ਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ ਹੈ, ਤੇਰੇ ਉੱਪਰ ਵੀ ਬਖਸ਼ਿਸ਼ ਕਰਨਗੇ। ਕੋੜ ਦੇ ਨਾਲ ਸਰੀਰ ਭਰਿਆ ਹੋਇਆ ਸੀ। ਸੰਗਤਾਂ ਨੂੰ ਦੇ ਨਾਲ ਸਾਧ ਸੰਗਤ ਜੀ, ਇਹ ਸੱਜਣ ਜਿਹੜਾ ਸੀ, ਪ੍ਰੇਮਾ ਕੋੜੀ ਕਰਕੇ ਇਹਨੂੰ ਲੋਕ ਜਾਣਦੇ ਸੀ। ਪਹਿਲੋਂ ਪ੍ਰੇਮ ਚੰਦ ਸੀ ਇਹਦਾ ਨਾਮ, ਬਾਅਦ ਵਿੱਚ ਪ੍ਰੇਮਾ ਕੋੜੀ ਕਹਿਣ ਲੱਗ ਪਏ। ਸੰਗਤਾਂ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਆ ਗਿਆ। ਹੋਰ ਵੀ ਕੋੜੀ ਆਦਿਕ ਦੁਖੀ ਲੋਕ ਇੱਥੇ ਰਹਿੰਦੇ ਸੀ। ਸਤਿਗੁਰੂ ਜਿਨ੍ਹਾਂ ਦੀ ਗੁਰੂ ਦਰਬਾਰ ਦੇ ਵਿੱਚ ਜਿਨ੍ਹਾਂ ਦੀ ਸੇਵਾ ਕੀਤੀ ਜਾਂਦੀ ਸੀ, ਉਹਨਾਂ ਕੋੜੀਆਂ ਦੇ ਵਿੱਚ ਇਹ ਵੀ ਰਹਿਣ ਲੱਗ ਪਿਆ। ਤੇ ਇਸ ਨੇ ਹਰ ਰੋਜ਼ ਹੀ ਸਾਧ ਸੰਗਤ ਜੀ ਗਾਈ ਜਾਣਾ। ਜਿਵੇਂ ਕਿਸੇ ਮਸਤਾਨੇ ਬੰਦੇ ਦਾ ਸੁਭਾਅ ਹੁੰਦਾ ਹੈ, ਜਿਹੜੀ ਗੱਲ ਉਹਦੇ ਮੂੰਹ ਦੇ ਉੱਪਰ ਚੜ੍ਹ ਜਾਵੇ ਤੇ ਉਹ ਗਾਉਂਦਾ ਰਹਿੰਦਾ ਹੈ। ਇਹਨੇ ਇੱਕ ਪੰਕਤੀ ਗਾਉਣੀ, ਮੇਰਾ ਗਿਆ ਕਛੋਟਾ ਲੱਤਾ ਫੇਰ, ਸੁਣੋ ਜਹਾਨਾ ਕਹੋ ਵਡੇਰ, ਮੇਰਾ ਗਿਆ ਕਛੋਟਾ ਲੱਤਾ ਫੇਰ। ਇਹ ਪੰਕਤੀਆਂ ਨੇ ਗਾਈ ਜਾਣੀਆਂ ਤੇ ਸੰਗਤਾਂ ਨੇ ਵੀ ਪ੍ਰੇਮ ਦੇ ਨਾਲ ਇਹਨੂੰ ਬਾਰ-ਬਾਰ ਕਹਿਣਾ ਕਿ ਫੇਰ ਗਾ, ਫੇਰ ਗਾ, ਇਹਨੇ ਫੇਰ ਗਾਉਣਾ। ਇਉਂ ਸਮਾਂ ਜਿਹੜਾ ਸੀ ਬਤੀਤ ਹੋਈ ਗਿਆ। ਕਈ ਵਾਰੀ ਗੁਰਸਿੱਖਾਂ ਨੇ ਬੇਨਤੀ ਵੀ ਕਰਨੀ ਕਿ ਸਤਿਗੁਰੂ ਇਹਦੇ ਉੱਪਰ ਕਿਰਪਾ ਕਰ ਦਿਓ। ਗੁਰੂ ਸਾਹਿਬਾਂ ਨੇ ਖਾਮੋਸ਼ ਰਹਿਣਾ, ਚੁੱਪ ਰਹਿਣਾ। ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਦਿਨ ਕਿਰਪਾਲੂ ਸਤਿਗੁਰੂ ਜੀ ਕਿਰਪਾ ਦੇ ਘਰ ਦੇ ਵਿੱਚ ਆਏ ਤੇ ਸਤਿਗੁਰੂ ਕਹਿਣ ਲੱਗੇ, ਜਾਓ ਉਸ ਪ੍ਰੇਮੀ ਕੋੜੀ ਨੂੰ ਜਿਸ ਪਾਣੀ ਦੇ ਵਿੱਚ, ਜਲ ਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ, ਉੱਥੇ ਇਸ਼ਨਾਨ ਕਰਵਾ ਕੇ ਸਾਡੇ ਕੋਲ ਲੈ ਕੇ ਆਓ। ਗੁਰਸਿੱਖਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸਾਧ ਸੰਗਤ ਜੀ, ਜਿਸ ਜਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਦੇ ਸੀ, ਇਸ ਨੂੰ ਚੁੱਕਿਆ। ਕੋੜੀ ਸੀ, ਤੁਰ ਤੇ ਸਕਦਾ ਨਹੀਂ ਸੀ। ਚੁੱਕਿਆ, ਇਸ਼ਨਾਨ ਕਰਵਾਇਆ, ਸੋਹਣੇ ਵਸਤਰਾਂ ਦੇ ਵਿੱਚ ਵਲੇਟਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਲੈ ਗਏ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਕੋਲ ਲੈ ਕਰਕੇ ਗਏ ਤੇ ਸੁਭਾਵਕ ਹੀ ਕਿਸੇ ਸਿੱਖ ਦੇ ਮੁਖ ਦੇ ਵਿੱਚੋਂ ਇਹ ਬਚਨ ਨਿਕਲ ਗਿਆ ਕਿ ਸਤਿਗੁਰੂ, ਅੱਜ ਤੇ ਇਹ ਲਾੜੇ ਵਰਗਾ ਲੱਗਦਾ ਹੈ, ਇਹ ਤੇ ਲਾੜਾ ਬਣ ਗਿਆ, ਲਾੜੇ ਵਰਗਾ ਲੱਗਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਲਾੜੇ ਵਰਗਾ ਲੱਗਦਾ ਏ ਤੇ ਕੋਈ ਸਿੱਖ ਆਪਣੀ ਪੁੱਤਰੀ ਦਾ ਰਿਸ਼ਤਾ ਦਿਓ, ਆਪਾਂ ਇਸ ਨੂੰ ਲਾੜਾ ਬਣਾ ਦਿੰਦੇ ਹਾਂ, ਇਹਦੇ ਵਿੱਚ ਕਿਹੜੀ ਗੱਲ ਹੈ। ਜਦੋਂ ਗੁਰੂ ਸਾਹਿਬਾਂ ਨੇ ਇਹ ਗੱਲ ਕਹੀ ਤੇ ਸਾਰੇ ਸਿੱਖ ਖਾਮੋਸ਼ ਹੋ ਗਏ, ਚੁੱਪ ਹੋ ਗਏ। ਆਖਰ ਸਾਧ ਸੰਗਤ ਜੀ, ਇੱਕ ਸਿੱਖ ਉੱਪਲ ਗੋਤ ਦਾ ਛੀਹਾ ਨਾਮ ਦਾ ਖੱਤਰੀ, ਛੀਹਾ ਨਾਮ ਸੀ ਦਾ ਸਿੱਖ ਸੀ, ਖੱਤਰੀ ਜਾਤ ਸੀ, ਉੱਪਲ ਗੋਤ ਸੀ। ਛੀਹੇ ਖੱਤਰੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਕਿਰਪਾ ਕਰੋ, ਮੇਰੀ ਪੁੱਤਰੀ ਦਾ ਰਿਸ਼ਤਾ ਇਸ ਦੇ ਵਾਸਤੇ ਹਾਜ਼ਰ ਹੈ। ਜਦੋਂ ਛੀਹੇ ਦੀ ਘਰ ਵਾਲੀ ਨੂੰ ਪਤਾ ਲੱਗਾ, ਲੰਗਰ ਦੇ ਵਿੱਚ ਉਹ ਸੇਵਾ ਕਰ ਰਹੀ ਸੀ, ਉਹ ਵੀ ਦੌੜੀ ਆਈ ਕਿ ਸਤਿਗੁਰੂ, ਮੇਰੀ ਲੜਕੀ ਦਾ, ਮੇਰੀ ਪੁੱਤਰੀ ਦਾ ਰਿਸ਼ਤਾ ਤੁਸੀਂ ਇੱਕ ਕੋੜੀ ਦੇ ਨਾਲ ਕਰ ਦੇਣ ਲੱਗੇ ਹੋ। ਗੁਰੂ ਸਾਹਿਬਾਂ ਨੇ ਦਿਲਾਸਾ ਦਿੱਤਾ। ਸਤਿਗੁਰੂ ਕਹਿਣ ਲੱਗੇ, ਹੁਣ ਇਹ ਕੋੜੀ ਨਹੀਂ, ਹੁਣ ਇਹ ਸਾਡਾ ਪੁੱਤਰ ਹੈ, ਇਹ ਹੁਣ ਸਾਡਾ ਪੁੱਤਰ ਹੈ। ਸਤਿਗੁਰੂ ਕਹਿਣ ਲੱਗੇ, ਤੇਰੀ ਪੁੱਤਰੀ ਦਾ ਨਾਮ ਮਥੋ ਤੇ ਇਸ ਅੱਜ ਤੋਂ ਬਾਅਦ ਵਿੱਚ ਅਸੀਂ ਇਸ ਦਾ ਨਾਮ ਮੁਰਾਰੀ ਰੱਖਦੇ ਹਾਂ। ਮਥੋ ਮੁਰਾਰੀ ਸਿਮਰੈ ਨਾਮ, ਪੂਰਨ ਹੋਵੈ ਹੈ ਜਨਨ ਕੇ ਕਾਮ। ਸਤਿਗੁਰੂ ਕਹਿਣ ਲੱਗੇ, ਜਿਹੜਾ ਮਥੋ ਤੇ ਮੁਰਾਰੀ ਦਾ ਨਾਮ ਵੀ ਜਪੇਗਾ ਨਾ, ਜਿਹੜਾ ਇਹਨਾਂ ਦਾ ਨਾਮ ਜਪੇਗਾ, ਉਹਨਾਂ ਦੇ ਕਾਰਜ ਵੀ ਪੂਰੇ ਹੋਣਗੇ। ਇਹ ਜਿਹੜੀ ਬਖਸ਼ਿਸ਼ ਸੀ, ਇਹ ਜਿਹੜੀ ਰਹਿਮਤ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਉਸ ਪ੍ਰੇਮੇ ਕੋੜੀ ਦੇ ਉੱਪਰ ਕਰ ਦਿੱਤੀ। ਹੁਣ ਜਿਸ ਪ੍ਰੇਮੇ ਕੋੜੀ ਨੂੰ ਕੋੜ ਦਾ ਰੋਗ ਹੋਇਆ ਸੀ, ਨਗਰ ਦੇ ਵਿੱਚੋਂ ਕੱਢ ਦਿੱਤਾ ਗਿਆ, ਪਰਿਵਾਰ ਨੇ ਕੱਢ ਦਿੱਤਾ, ਅੱਜ ਮਰਨ ਵਾਸਤੇ ਤਿਆਰ ਹੋ ਗਿਆ ਸੀ। ਗੁਰੂ ਦੀ ਮਿਹਰਾਮਤ ਵਰਤੀ ਤੇ ਸਾਧ ਸੰਗਤ ਜੀ ਅੱਜ ਐਡੀ ਵੱਡੀ ਉਪਾਧੀ ਮਿਲ ਗਈ। ਤੇ ਜਿਹੜੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਪ੍ਰਚਾਰ ਦੇ ਵਿੱਚ ਥਾਪੀਆਂ ਸੀ, ਉਹਨਾਂ ਦੇ ਵਿੱਚ ਇੱਕ ਪ੍ਰਚਾਰ ਦੀ ਮੰਜੀ ਇਹ ਵੀ ਸੀ, ਮਥੋ ਤੇ ਮੁਰਾਰੀ ਦੀ ਮੰਜੀ ਵੀ ਸੀ। ਸਿੱਖ ਧਰਮ ਦਾ ਇਹ ਪ੍ਰਚਾਰ ਕਰਦੇ ਰਹੇ। ਐਡੀ ਵੱਡੀ ਗੁਰੂ ਸਾਹਿਬਾਂ ਦੀ ਬਖਸ਼ਿਸ਼ ਹੋ ਗਈ।
ਤੋ ਇਸ ਕਰਕੇ ਸਾਧ ਸੰਗਤ ਜੀ ਸਮਾਂ ਜਿਹੜਾ ਐਸਾ ਆ ਜਾਂਦਾ ਹੈ, ਸਾਡੇ ਨੌਜਵਾਨ ਵੀ ਇਸ ਰਸਤੇ ਦੇ ਉੱਪਰ ਤੁਰ ਪੈਂਦੇ ਆ। ਪਹਿਲਾਂ ਨਸ਼ੇ ਕਰਦੇ ਆ, ਬਾਅਦ ਵਿੱਚ ਖੁਦਕੁਸ਼ੀਆਂ ਦੇ ਰਾਹ ਦੇ ਉੱਪਰ ਤੁਰਦੇ ਆ। ਪਰ ਗੁਰੂ ਘਰ ਵਿੱਚ ਜੇ ਆਉਣ, ਗੁਰੂ ਕੀ ਬਾਣੀ ਇਹ ਸਿੱਖਿਆ ਦਿੰਦੀ ਹੈ, ਸੱਜਣਾ ਨਹੀਂ ਤੈਨੂੰ ਇਸ ਰਸਤੇ ਦੇ ਉੱਪਰ ਨਹੀਂ ਤੁਰਨਾ ਚਾਹੀਦਾ। ਜੇ ਤੂੰ ਗੁਰੂ ਦੇ ਦਰ ਤੇ ਆਵੇਂ ਤੇ ਗੁਰੂ ਨਿਮਾਣਿਆਂ ਦੀ ਨਿਮਾਣਿਆਂ ਦਾ ਮਾਣ ਹੈ, ਗੁਰੂ ਬਾਂਹ ਫੜਨ ਵਾਲਾ ਹੈ। ਗੁਰੂ ਤੇਰੇ ਉੱਪਰ ਹੁਣ ਵੀ ਮਿਹਰਾਮਤ ਕਰੂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪੰਕਤੀ ਵਿੱਚ ਸਾਧ ਸੰਗਤ ਜੀ ਬਖਸ਼ਿਸ਼ ਕਰਦੇ ਹਨ, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਉਸ ਵਾਹਿਗੁਰੂ ਦੀ ਨਜ਼ਰ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਉੱਪਰ ਹੋ ਜਾਣੀ। ਢੱਡਾ ਢਾਹੀ ਉਸਾਰੈ ਆਪੇ ਜਿਉ ਤਿਸ ਭਾਵੈ ਤਿਵੇਂ ਕਰੇ, ਕਰ ਕਰ ਵੇਖੈ ਹੁਕਮ ਚਲਾਏ। ਉਹ ਵਾਹਿਗੁਰੂ ਕਰ ਕਰਕੇ ਵੇਖ ਰਿਹਾ ਹੈ, ਆਪਣਾ ਹੁਕਮ ਚਲਾ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਹਨ ਤਿਸ ਨਿਸਤਾਰੇ ਜਾ ਕੇ ਉਹ ਨਦਰ ਕਰੇ, ਜਿਹਦੇ ਉੱਪਰ ਉਹਦੀ ਨਜ਼ਰ ਹੋ ਜਾਂਦੀ ਹੈ, ਕਿਰਪਾ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਉਹਦਾ ਨਿਸਤਾਰਾ ਕਰ ਦਿੰਦੇ ਹੈ, ਉਹਦਾ ਪਾਰ ਉਤਾਰਾ ਕਰ ਦਿੰਦੇ ਹੈ। ਤੇ ਨਜ਼ਰ ਕੋਈ ਜ਼ਰੂਰੀ ਨਹੀਂ ਕਿ ਰੋਜ਼ ਬਾਣੀ ਪੜ੍ਹਨ ਵਾਲੇ ਦੇ ਉੱਪਰ, ਨਾਮ ਜਪਣ ਵਾਲੇ ਉੱਪਰ ਹੀ ਹੋਵੇ, ਨਹੀਂ, ਪਤਾ ਹੀ ਨਹੀਂ ਗੁਰੂ ਦੀ ਨਜ਼ਰ ਜਿਹੜੀ ਹੈ ਕਿਹੜੇ ਵੇਲੇ ਕਿਸ ਦੇ ਉੱਪਰ ਹੋ ਜਾਣੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕਿ ਇੱਕ ਮੁਰਦੇ ਦੇ ਉੱਪਰ ਗੁਰੂ ਸਾਹਿਬਾਂ ਦੀ ਨਜ਼ਰ ਹੋ ਗਈ। ਸਤਿਗੁਰੂ ਕਿਸੇ ਨਗਰ ਦੇ ਵਿੱਚ ਗਏ, ਉਹਨਾਂ ਨੇ ਲੁੱਟਣਾ ਚਾਹਿਆ, ਟੂਕ ਮਾਤਰ ਸਾਖੀ, ਲੁੱਟਣਾ ਚਾਹਿਆ। ਸਤਿਗੁਰੂ ਕਹਿਣਗੇ ਠੀਕ ਹੈ ਲੁੱਟ ਲਿਓ। ਕਹਿਣ ਲੱਗੇ ਇਕੱਲਾ ਲੁੱਟਣਾ ਨਹੀਂ, ਅਸੀਂ ਤੁਹਾਨੂੰ ਮਾਰ ਵੀ ਦੇਣਾ ਹੈ। ਸਤਿਗੁਰੂ ਕਹਿਣਗੇ ਕੋਈ ਗੱਲ ਨਹੀਂ, ਮਾਰ ਵੀ ਦਿਓ, ਪਰ ਇੱਕ ਕੰਮ ਕਰਿਓ, ਮਰਨ ਤੋਂ ਬਾਅਦ ਵਿੱਚ ਸਾਡਾ ਸਰੀਰ ਰੁਲੇ ਨਾ, ਸਾਡੇ ਸਰੀਰ ਦਾ ਸੰਸਕਾਰ ਕਰ ਦਿਓ। ਕਹਿਣ ਲੱਗੇ ਸਾਡੇ ਕੋਲ ਅੱਗ ਨਹੀਂ ਹੈ, ਸੰਸਕਾਰ ਕਿੱਥੇ ਕਰਾਂਗੇ? ਉਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਂਗਲ ਕੀਤੀ। ਸਤਿਗੁਰੂ ਕਹਿਣ ਲੱਗੇ ਉਹ ਸਾਹਮਣੇ ਅੱਗ ਬਲ ਰਹੀ ਹੈ, ਉੱਥੋਂ ਅੱਗ ਲੈ ਆਓ। ਹੁਣ ਇਹ ਅੱਗ ਕਿਸੇ ਦੇ ਘਰ ਵਿੱਚ ਨਹੀਂ ਸੀ ਬਲ ਰਹੀ, ਕਿਸੇ ਮੁਰਦੇ ਮਨੁੱਖ ਦਾ ਸੰਸਕਾਰ ਹੋ ਰਿਹਾ ਸੀ। ਕਹਿਣ ਲੱਗੇ ਦੋ ਜਾਣੇ ਜਾਣੇ ਆ, ਅੱਗ ਲੈ ਆਉਣੇ। ਸਤਿਗੁਰੂ ਕਹਿਣ ਲੱਗੇ ਸਾਡੇ ਸਾਹਮਣੇ ਹੀ ਅੱਗ ਲੈ ਆਓ, ਬਾਅਦ ਵਿੱਚ ਤੁਹਾਡਾ ਕੀ ਪਤਾ ਅੱਗ ਲਿਆਓ ਨਾ ਲਿਆਓ। ਦੋ ਚਲੇ ਗਏ, ਦੋ ਬੈਠੇ ਰਹੇ। ਸ਼ਸਤਰ ਇਹਨਾਂ ਦੇ ਕੋਲ ਸੀ, ਹਥਿਆਰ ਕੋਲ ਸੀ। ਜਿਹੜੇ ਦੋ ਗਏ ਹੈ ਉਹ ਜਾ ਕਰਕੇ ਕੀ ਵੇਖਦੇ ਆ ਕਿ ਇੱਥੇ ਝਗੜਾ ਹੋ ਰਿਹਾ ਹੈ। ਤੇ ਹੁਣ ਸਾਧ ਸੰਗਤ ਜੀ ਉਹ ਝਗੜਾ ਸੀ। ਹੁਣ ਆਪਾਂ ਇੱਥੇ ਸਵਾਲ ਵੀ ਪੈਦਾ ਕਰਾਂਗੇ ਕਿ ਉਹ ਝਗੜਾ ਇਹਨਾਂ ਨੂੰ, ਕਿ ਉਹ ਸੀ ਝਗੜਾ ਦੂਤਾਂ ਦਾ ਤੇ ਦੇਵਗਣਾਂ ਦਾ। ਧਰਮ ਰਾਜੇ ਦੇ ਦੂਤ ਤੇ ਦੇਵਗਣ ਆਪਸ ਦੇ ਵਿੱਚ ਝਗੜਾ ਕਰ ਰਹੇ ਸੀ। ਅਸਲ ਦੇ ਵਿੱਚ ਇਹ ਪਾਪੀ ਮਨੁੱਖ ਸੀ। ਝਗੜਾ ਇਹ ਚੱਲ ਰਿਹਾ ਸੀ, ਦੂਤ ਕਹਿ ਰਹੇ ਸੀ ਇਹਨੂੰ ਅਸੀਂ ਲੈ ਕੇ ਜਾਣਾ, ਇਸਨੇ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਦੇਵਗਣ ਕਹਿ ਰਹੇ ਸੀ ਭਾਵੇਂ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਪਰ ਅੱਜ ਇਹਦੇ ਵੱਲ ਗੁਰੂ ਨਾਨਕ ਦੀ ਉਂਗਲ ਹੋ ਗਈ ਹੈ, ਇਹਦੇ ਸਾਰੇ ਪਾਪ ਖਤਮ ਹੋ ਗਏ, ਇਹਨੂੰ ਅਸੀਂ ਲੈ ਕੇ ਜਾਣਾ। ਅੱਜ ਗੁਰੂ ਨਾਨਕ ਦੀ ਨਜ਼ਰ ਇਹਦੇ ਵੱਲ ਹੋ ਗਈ। ਹੁਣ ਇਹ ਝਗੜਾ ਜਿਹੜਾ ਸੀ ਕੇਵਲ ਉਹਨਾਂ ਦੋ ਨੂੰ ਦਿਸ ਰਿਹਾ ਸੀ, ਬਾਕੀ ਕਿਸੇ ਨੂੰ ਨਹੀਂ ਸੀ ਦਿਸਦਾ। ਤੇ ਐਸਾ ਨਾ ਸਮਝੀਏ ਜਿਹੜੀ ਚੀਜ਼ ਦਿਸਦੀ ਨਹੀਂ, ਆਪਾਂ ਕਹਾਂਗੇ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੁੰਦੀ ਨਹੀਂ। ਦੂਤ ਕਿੱਥੋਂ ਆ ਗਏ ਜੀ, ਜਮਗਣ ਕਿੱਥੋਂ ਆ ਗਏ ਜੀ, ਇਹ ਦੇਵਗਣ ਕਿੱਥੋਂ ਆ ਗਏ ਜੀ। ਬਹੁਤ ਕੁਝ ਸਾਧ ਸੰਗਤ ਜੀ ਐਸਾ ਹੈ ਸੰਸਾਰ ਦੇ ਵਿੱਚ ਜਿਹੜਾ ਸਾਨੂੰ ਦਿਸਦਾ ਨਹੀਂ, ਜਿਹੜਾ ਦ੍ਰਿਸ਼ਟਮਾਨ ਨਹੀਂ ਹੈ। ਸਾਡੇ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ, ਹੰਕਾਰ, ਇਹ ਬੜੀਆਂ ਵੱਡੀਆਂ ਤਾਕਤਾਂ। ਤੇ ਪਰ ਕਦੇ ਆਪਾਂ ਇਹਨਾਂ ਤਾਕਤਾਂ ਨੂੰ ਵੇਖਿਆ ਕਿ ਕਾਮ ਕਿਹੋ ਜਿਹਾ, ਕਾਲਾ ਏ, ਪੀਲਾ ਏ, ਹਰਾ, ਗੁਲਾਬੀ, ਕਿਹੋ ਜਿਹਾ ਇਹਦਾ ਰੰਗ ਹੈ। ਪਰ ਕਾਮ ਵਾਸ਼ਨਾ ਦਾ ਗ੍ਰਸਿਆ ਹੋਇਆ ਮਨੁੱਖ ਐਸੇ ਭੈੜੇ ਕਰਮ ਕਰ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਹਨ ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਭਾਵਨ ਹੈ। ਅਨੇਕਾਂ ਜੂਨਾਂ ਦੇ ਵਿੱਚ ਇਹ ਭਟਕਦਾ ਹੈ, ਅਨੇਕਾਂ ਜੂਨਾਂ ਦੇ ਵਿੱਚ ਇਹ ਭਰਮਦਾ ਹੈ। ਤੇ ਕੀ ਕਾਮ ਅਸੀਂ ਵੇਖਿਆ ਅੱਜ ਤੱਕ ਕਿਹੋ ਜਿਹਾ? ਕ੍ਰੋਧ ਦੇ ਵਿੱਚ ਆ ਕੇ ਮਨੁੱਖ ਕਈ ਵਾਰੀ ਇਹੋ ਜਿਹਾ ਕਦਮ ਚੁੱਕ ਲੈਂਦਾ ਹੈ ਕਿ ਸਾਰੀ ਜ਼ਿੰਦਗੀ ਉਹਨੂੰ ਪਛਤਾਉਣਾ ਪੈਂਦਾ ਹੈ। ਤੇ ਆਪਾਂ ਕਦੇ ਵੇਖਿਆ ਕਿ ਕ੍ਰੋਧ ਹੈ ਕੈਸਾ? ਬਹੁਤ ਕੁਝ ਐਸਾ ਹੈ ਜਿਸ ਨੂੰ ਅਸੀਂ ਵੇਖਿਆ ਤੇ ਨਹੀਂ, ਪਰ ਹੈ। ਜਮ ਗਣ ਤੇ ਦੂਤ ਗਣ ਜਿਹੜੇ ਸੀ, ਧਰਮਰਾਜ ਦੇ ਦੂਤ ਝਗੜਾ ਕਰ ਰਹੇ ਸੀ। ਇਹਨਾਂ ਨੇ ਸਵਾਲ ਕੀਤਾ ਕਿ ਝਗੜ ਕਿਉਂ ਰਹੇ ਹੋ? ਉਹਨਾਂ ਨੇ ਦੱਸ ਦਿੱਤਾ ਕਿ ਝਗੜ ਇਸ ਕਰਕੇ ਰਹੇ ਹੈ। ਦੂਤ ਗਣ ਕਹਿਣ ਲੱਗੇ ਇਹ ਸਾਡਾ ਖਾਜਾ ਹੈ, ਇਸ ਨੂੰ ਅਸੀਂ ਲੈ ਕੇ ਜਾਣਾ, ਇਸ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਹੈ। ਤੇ ਜਮ ਦੇਵਗਣ ਕਹਿਣ ਲੱਗੇ ਨਹੀਂ ਠੀਕ ਹੈ, ਭਾਵੇਂ ਇਸ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਹੈ, ਪਰ ਅੱਜ ਇਹਦੇ ਵੱਲ ਗੁਰੂ ਨਾਨਕ ਦੀ ਨਜ਼ਰ ਹੋ ਗਈ ਹੈ, ਉਂਗਲ ਹੋ ਗਈ ਹੈ, ਇਸ ਨੂੰ ਅਸੀਂ ਲੈ ਕੇ ਜਾਣਾ ਹੈ। ਸਵਾਲ ਕੀਤਾ ਕੌਣ ਹੈ ਗੁਰੂ ਨਾਨਕ? ਜਿਸ ਦੀ ਉਂਗਲ ਹੋ ਗਈ, ਜਿਸ ਦੀ ਨਜ਼ਰ ਹੋ ਗਈ। ਕਹਿਣ ਲੱਗੇ ਜਿਸ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ, ਜਿਸ ਦੇ ਸੰਸਕਾਰ ਦੇ ਵਾਸਤੇ ਤੁਸੀਂ ਅੱਗ ਲੈਣ ਵਾਸਤੇ ਆਏ ਹੋ, ਉਹੀ ਗੁਰੂ ਨਾਨਕ ਹੈ। ਦੌੜੇ ਉਸੇ ਵੇਲੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਟਹਿ ਪਏ। ਕਹਿਣ ਦਾ ਭਾਵ ਕਿ ਗੁਰੂ ਨਾਨਕ ਸਾਹਿਬ ਦੀ ਨਿਗਾਹ, ਗੁਰੂ ਦੀ ਨਿਗਾਹ, ਪਰਮਾਤਮਾ ਦੀ ਨਜ਼ਰ ਪਤਾ ਨਹੀਂ ਕਿਸੇ ਮੁਰਦੇ ਦੇ ਉੱਪਰ ਵੀ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤਿਸ ਨਿਸਤਾਰੇ
ਜਾ ਕਉ ਨਦਰ ਕਰੇ। ਜਿਹਦੇ ਉੱਪਰ ਗੁਰੂ ਪਰਮਾਤਮਾ ਨਦਰ ਕਰ ਦਿੰਦੇ ਹੈ, ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦੇ ਹਨ, ਸਤਿਗੁਰੂ ਕਹਿੰਦੇ ਹਨ ਉਸ ਦਾ ਨਿਸਤਾਰਾ ਕਰ ਦਿੰਦੇ ਹਨ, ਉਸ ਨੂੰ ਨਦਰ ਨਿਹਾਲ ਕਰ ਦਿੰਦੇ ਹਨ। ਅਣਾਣੈ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੈ ਸੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਣਾਣੇ ਅੱਖਰ ਦੇ ਦੁਆਰਾ ਬਖਸ਼ਿਸ਼ ਕਰਦੇ ਹਨ। ਅਣਾਣੈ ਰਵਤ ਰਹਿ ਘਟ ਅੰਤਰ, ਉਹ ਵਾਹਿਗੁਰੂ ਅਕਾਲ ਪੁਰਖ ਹਰ ਇੱਕ ਘਟ ਦੇ ਅੰਦਰ, ਹਰ ਇੱਕ ਸਰੀਰ ਦੇ ਅੰਦਰ ਰਵਿਆ ਹੋਇਆ ਹੈ, ਸਮਾਇਆ ਹੋਇਆ ਹੈ। ਹਰ ਗੁਣ ਗਾਵੈ ਸੋਈ। ਸਤਿਗੁਰੂ ਕਹਿੰਦੇ ਹਨ ਜਿਹੜਾ ਉਸ ਪਰਮਾਤਮਾ ਨੂੰ ਰਵਦਾ ਰਹਿੰਦਾ ਹੈ, ਆਪਣੇ ਅੰਦਰ ਸਿਮਰਦਾ ਰਹਿੰਦਾ ਹੈ, ਉਹੀ ਉਸ ਪਰਮਾਤਮਾ ਦੇ ਗੁਣ ਗਾ ਸਕਦਾ ਹੈ। ਜਿਹੜਾ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਰਹਿੰਦਾ ਹੈ, ਰਸਨਾ ਦੇ ਨਾਲ ਵੀ ਉਹੀ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਸਕਦਾ ਹੈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਆਪੇ ਆਪ ਮਿਲਾਏ ਕਰਤਾ, ਆਪਣੇ ਆਪ ਉਹ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਗੁਰੂ ਕਹਿੰਦੇ ਹਨ ਪੁਨਰਪ ਜਨਮ ਨਾ ਹੋਈ। ਉਹਨਾਂ ਮਨੁੱਖਾਂ ਦਾ, ਉਹਨਾਂ ਜੀਵਾਂ ਦਾ ਪੁਨਰਪ ਮੁੜ ਕਰਕੇ ਉਹਨਾਂ ਦਾ ਜਨਮ ਨਹੀਂ ਹੁੰਦਾ। ਗੁਰਮਤਿ ਨੇ ਸਾਧ ਸੰਗਤ ਜੀ ਇਸ ਗੱਲ ਨੂੰ ਮੰਨਿਆ ਹੈ ਕਿ ਇਹ ਜੀਵ ਜਿਹੜਾ ਹੈ ਬਾਰ-ਬਾਰ ਜੰਮਦਾ ਹੈ ਅਤੇ ਬਾਰ-ਬਾਰ ਮਰਦਾ ਹੈ। ਕੇਵਲ ਸਰੀਰ ਦਾ ਢਾਂਚਾ ਹੀ ਬਦਲਦਾ ਹੈ, ਅੰਦਰ ਆਤਮਾ ਜਿਹੜੀ ਹੈ ਉਹੀ ਹੈ। ਬੜੀਆਂ ਬਾਣੀ ਵਿੱਚ ਇਹ ਪੰਕਤੀਆਂ ਆਉਂਦੀਆਂ, ਬਹੁਤ ਵਾਰੀ ਆਪਾਂ ਵਿਚਾਰ ਕੀਤੀ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਮ ਹੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੀ ਨਾ ਜਾਣੈ ਔਗਣ ਮੇਰੇ, ਕੇਤੇ ਰੁੱਖ ਬਿਰਖ ਹਮ ਚੀਨੇ। ਕੇਵਲ ਮਨੁੱਖਾ ਸਰੀਰ ਜਾਂ ਪਸ਼ੂ ਪੰਛੀ ਨਹੀਂ, ਸਤਿਗੁਰੂ ਕਹਿੰਦੇ ਹਨ ਇੱਧਰੋਂ ਵੀ ਤੂੰ ਘੁੰਮਦਾ ਆਇਆ ਹੈ। ਬਨਸਪਤੀ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਕਿੱਧਰੋਂ ਕਿੱਧਰੋਂ ਤੂੰ ਘੁੰਮਦਾ ਆਇਆ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਬੜੇ ਜਨਮਾਂ ਦਾ ਮੈਂ ਵਿਛੜਿਆ ਹੋਇਆ, ਇੱਕ ਜਨਮ ਦਾ ਨਹੀਂ। ਬਾਬਾ ਨਾਮਦੇਵ ਜੀ ਕਹਿੰਦੇ ਹਨ ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਜਿਵੇਂ ਖੂਹ ਦੀਆਂ ਟਿੰਡਾਂ ਘੁੰਮਦੀਆਂ ਹਨ, ਇਸੇ ਤਰ੍ਹਾਂ ਇਹ ਵਾਹਿਗੁਰੂ ਮੈਂ ਅਨੇਕ ਜੁਨਾਂ ਦੇ ਵਿੱਚੋਂ ਘੁੰਮਦਾ ਹੁਣ ਮੈਂ ਇਸ ਮਨੁੱਖਾ ਜਨਮ ਦੇ ਵਿੱਚ ਆਇਆ ਵਾਂ। ਗੁਰਮਤਿ ਕਹਿੰਦੀ ਹੈ ਕਿ ਇਹ ਜੀਵ ਜਿਹੜਾ ਹੈ ਬਾਰ-ਬਾਰ ਜੰਮਦਾ ਹੈ, ਬਾਰ-ਬਾਰ ਮਰਦਾ ਹੈ, ਕੇਵਲ ਸਰੀਰ ਦਾ ਢਾਂਚਾ ਬਦਲਦਾ ਹੈ, ਅੰਦਰ ਆਤਮਾ ਉਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਣਾਣੇ ਅੱਖਰ ਦੇ ਦੁਆਰਾ ਬਖਸ਼ਿਸ਼ ਕਰਦੇ ਹਨ। ਜਿਹੜਾ ਉਸ ਵਾਹਿਗੁਰੂ ਨੂੰ ਰਵਦਾ ਹੈ, ਸਿਮਰਦਾ ਹੈ, ਜਿਹੜਾ ਉਹਦੇ ਗੁਣਾਂ ਨੂੰ ਗਾਉਂਦਾ ਹੈ, ਆਪੇ ਆਪ ਮਿਲਾਏ ਕਰਤਾ, ਉਹ ਕਰਤਾ ਪੁਰਖ ਆਪਣੇ ਆਪ ਹੀ ਆਪਣੇ ਆਪੇ ਵਿੱਚ ਉਹਨਾਂ ਨੂੰ ਮਿਲਾ ਲੈਂਦਾ ਹੈ। ਪੁਨਰਪ ਜਨਮ ਨਾ ਹੋਈ। ਉਹਨਾਂ ਮਨੁੱਖਾਂ ਦਾ, ਉਹਨਾਂ ਜੀਵਾਂ ਦਾ ਫਿਰ ਸਾਧ ਸੰਗਤ ਜੀ ਪੁਨਰਪ ਜਨਮ ਨਹੀਂ ਹੁੰਦਾ। ਉਸ ਵਾਹਿਗੁਰੂ ਦੇ ਵਿੱਚ, ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਨ। ਜਿਉਂ ਜਲ ਮਹਿ ਜਲ ਆਏ ਸਮਾਨਾ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਸ ਵਾਹਿਗੁਰੂ ਦੇ ਵਿੱਚ, ਅਕਾਲ ਪੁਰਖ ਪਰਮਾਤਮਾ ਵਿੱਚ ਉਹ ਰੱਬ ਦੇ ਪਿਆਰੇ ਅਭੇਦ ਹੋ ਜਾਂਦੇ ਹਨ। ਇਹ ਸਾਧ ਸੰਗਤ ਜੀ ਸਤਿਗੁਰਾਂ ਨੇ ਕਿਰਪਾ ਕੀਤੀ। 18 ਪੌੜੀਆਂ ਤੀਕਰ ਵਿਚਾਰ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ, ਭੁੱਲਾਂ ਦੀ ਖਿਮਾ। ਅੰਮ੍ਰਿਤ ਉਪਦੇਸ਼ ਸਾਧ ਸੰਗਤ ਦੇ ਹਿਰਦਿਆਂ ਤੇ ਵਸੇ। ਸਮੂਹ ਸੰਗਤਾਂ ਮਿਲ ਕਰਕੇ ਰਸਨਾ ਨੂੰ ਪਵਿੱਤਰ ਕਰੀਏ। ਗੁਰੂ ਚਰਨਾਂ ਵਿੱਚ ਅਰਦਾਸ। ਸਮੂਹ ਸੰਗਤਾਂ ਨੇ ਕਿਰਪਾ ਕਰਨੀ ਜੀ। ਵਾਹਿਗੁਰੂ 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 ਅਣਾਣੈ
ਰਵਤ ਰਹਿ ਕਟ ਅੰਤਰ, ਹਰ ਗੁਣ ਗਾਵੈ ਸੋਈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ